Hello, dear students. Welcome once again in my channel Lessons of Life. ਤੇ ਅੱਜ ਦੀ ਵੀਡੀਓ ਲੈਸਨ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਕੁਝ ਰੀਡਿੰਗ ਕੰਪਰੀਹੈਂਸ਼ਨ ਪੈਸੇਜ। ਹਾਂਜੀ, ਜਿਹੜੇ ਕਿ ਕਲਾਸ 6, 7th ਔਰ 8th ਲਈ ਤਿੰਨਾਂ ਲਈ ਹੈ, ਕਿਉਂਕਿ ਤਿੰਨਾਂ ਦਾ ਪੇਪਰ ਪੈਟਰਨ ਸੇਮ ਆ ਬੇਟਾ। ਤੁਹਾਨੂੰ ਜਿਹੜਾ ਫਸਟ ਕੁਐਸਚਨ ਆਉਂਦਾ ਹੈਗਾ ਪੇਪਰ ਦੇ ਵਿੱਚ ਉਹਦਾ ਏ ਪਾਰਟ ਆ। ਇਹ ਤਿੰਨ ਤਰ੍ਹਾਂ ਦੇ ਪੈਰਾਗ੍ਰਾਫਸ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ ਤੁਸੀਂ ਕੁਐਸਚਨ ਦੇ ਆਨਸਰਸ ਫਾਈਂਡ ਆਊਟ ਕਰਨੇ ਹੁੰਦੇ। ਸਾਰੇ ਜਿਹੜੇ ਕੁਐਸਚਨਸ ਨੇ MCQ ਬੇਸਡ ਹੁੰਦੇ ਆ, ਮਲਟੀਪਲ ਚੁਆਇਸ। ਤੁਹਾਨੂੰ ਤਿੰਨ ਚਾਰ ਆਪਸ਼ਨਸ ਦਿੱਤੀਆਂ ਹੁੰਦੀਆਂ ਅਤੇ ਤੁਸੀਂ ਉਹਨਾਂ 'ਚੋਂ ਉਹਨਾਂ ਦੇ ਆਨਸਰਸ ਨੇ ਜਿਹੜੇ ਫਾਈਂਡ ਆਊਟ ਕਰਨੇ ਹੁੰਦੇ ਨੇ। ਠੀਕ ਹੈ, ਅੱਜ ਅਸੀਂ ਫਸਟ ਟਾਈਪ ਦੇ 5 ਪੈਰਾਗ੍ਰਾਫ ਕਰਾਂਗੇ ਇਸ ਵੀਡੀਓ ਦੇ ਵਿੱਚ, ਜਿਨ੍ਹਾਂ ਨੂੰ ਅਨਸੀਨ ਪੈਸੇਜ ਵੀ ਕਹਿ ਦਿੱਤਾ ਜਾਂਦਾ। ਠੀਕ ਹੈ, ਸੋ ਵੀਡੀਓ ਬਹੁਤ ਇੰਪੋਰਟੈਂਟ ਆ, ਲਿਖਣ ਦੀ ਲੋੜ ਨਹੀਂ ਹੈ, ਤੁਸੀਂ ਪੈਰੇ ਨੂੰ ਸਮਝ ਲਓ। ਠੀਕ ਹੈ, ਅਤੇ ਨਾਲ ਹੀ ਆਨਸਰ ਫਾਈਂਡ ਆਊਟ ਕਰਨਾ, ਦੇਖ ਲਓ ਕਿ ਕਿੱਦਾਂ ਫਾਈਂਡ ਆਊਟ ਕਰਨਾ। ਸੋ ਇਹਨੂੰ ਕਾਪੀ 'ਤੇ ਨੋਟ ਡਾਊਨ ਕਰਨ ਦੀ ਜ਼ਰੂਰਤ ਨਹੀਂ, ਵੀਡੀਓ ਨੂੰ ਧਿਆਨ ਨਾਲ ਦੇਖਣ ਅਤੇ ਸੁਣਨ ਦੀ ਜ਼ਰੂਰਤ ਹੈ ਬੇਟਾ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਫਸਟ ਪੈਰਾਗ੍ਰਾਫ ਹੈ। ਠੀਕ, ਦੇਖੋ ਹੁਣ ਫਸਟ ਪੈਰਾਗ੍ਰਾਫ, ਪਹਿਲਾਂ ਪੈਰਾਗ੍ਰਾਫ ਨੂੰ ਚੰਗੇ ਤਰੀਕੇ ਨਾਲ ਇੱਕ ਵਾਰ ਪੜ੍ਹ ਲੈਣਾ ਗਾ। ਠੀਕ, ਇੱਕ ਵਾਰ ਪੜ੍ਹਨ ਤੋਂ ਬਾਅਦ ਫਿਰ ਤੁਸੀਂ ਕੁਐਸਚਨਸ ਦੇਖਣੇ ਆ, ਨਾਲ ਦੀ ਨਾਲ ਪੈਰੇ ਨੂੰ ਦੁਬਾਰਾ ਰੀਡ ਕਰਨਾ। ਵਾਟ ਵਾਜ਼ ਨੀਅਰ ਦਾ ਵਿਲੇਜ। ਵਿਲੇਜ ਕਿਹਦੇ ਨੇੜੇ ਸੀ। ਹੁਣ ਦੇਖੋ ਪਹਿਲੀ ਲਾਈਨ, ਵੰਸ ਅਪੋਨ ਅ ਟਾਈਮ ਦੇਅਰ ਵਾਜ਼ ਅ ਵਿਲੇਜ। ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਸੀ। ਇਟ ਵਾਜ਼ ਨੀਅਰ ਆ ਰਿਵਰ, ਕਿੱਥੇ ਸੀ, ਨੀਅਰ ਆ ਰਿਵਰ। ਠੀਕ ਆ, ਸੋ ਫਿਰ ਹੁਣ ਦੇਖੋ ਇਹਦੇ ਵਿੱਚ ਰਿਵਰ ਆਨਸਰ ਹੈਗਾ ਆਪਸ਼ਨ ਦੇ ਵਿੱਚ, ਹਾਂਜੀ ਬੀ ਪਿਆ। ਸੋ ਫਸਟ ਦਾ ਕੀ ਆਨਸਰ ਹੋ ਗਿਆ, ਵੀ। ਹੁਣ ਦੇਖੋ ਸੈਕਿੰਡ ਕੁਐਸਚਨ, ਹੂ ਐਂਟਰਡ ਇਨ ਟੂ ਦਾ ਵਿਲੇਜ। ਪਿੰਡ ਦੇ ਵਿੱਚ ਕੌਣ ਆ ਗਿਆ ਸੀ। ਹੁਣ ਆਪਾਂ ਅੱਗੇ ਪੜ੍ਹਾਂਗੇ ਫਿਰ ਪਤਾ ਲੱਗੂ। ਦੇਅਰ ਲਿਵਡ ਅ ਬੁਆਏ ਨੇਮਡ ਮਧੂ ਇਨ ਦਾ ਵਿਲੇਜ। ਉੱਥੇ ਇੱਕ ਮਧੂ ਨਾਂ ਦਾ ਮੁੰਡਾ ਰਹਿੰਦਾ ਸੀ। ਮਧੂ ਵਾਜ਼ ਅ ਜੀਨੀਅਸ, ਉਹ ਬਹੁਤ ਹੀ ਆਪਾਂ ਕਹਾਂਗੇ ਜੀਨੀਅਸ ਸੀਗਾ, ਇੰਟੈਲੀਜੈਂਟ ਸੀ, ਬਹੁਤ ਦਿਮਾਗ ਵਾਲਾ ਬੰਦਾ ਸੀ। ਹੀ ਵਾਜ਼ ਵੈਰੀ ਬਰੇਵ ਟੂ, ਉਹ ਬਹੁਤ ਬਹਾਦਰ ਵੀ ਸੀ। ਵੰਸ ਅ ਗਰੁੱਪ ਆਫ ਥੀਪਸ ਐਂਟਰਡ ਦਾ ਵਿਲੇਜ। ਲਓ ਜੀ ਆ ਗਿਆ, ਕੌਣ ਆਇਆ, ਗਰੁੱਪ ਆਫ ਥੀਪਸ। ਹੁਣ ਲਓ ਜੀ ਦੇਖੋ ਉੱਧਰ ਆਪਸ਼ਨ ਹੈਗੀ ਇਹ ਵਾਲੀ, ਹਾਂਜੀ ਬੀ ਆਪਸ਼ਨ 'ਚ ਪਿਆ ਨਾ ਥੀਪਸ, ਸੋ ਬੀ ਇਹਦਾ ਵੀ ਆਨਸਰ ਹੈ। ਹੁਣ ਥਰਡ ਕੁਐਸਚਨ, ਹੂ ਪਲਾਨ ਟੂ ਕੈਚ ਦਾ ਥੀਪਸ। ਚੋਰਾਂ ਨੂੰ ਫੜਨ ਦੀ ਜਿਹੜੀ ਪਲਾਨ ਸੀ ਉਹ ਕਿਹਨੇ ਬਣਾਇਆ ਸੀ, ਪਿੰਡ ਵਾਲਿਆਂ ਨੇ, ਗੌਡ ਨੇ, ਮਧੂ ਨੇ, ਪੁਲਿਸ ਨੇ। ਇਹ ਵੀ ਪੈਰਾ ਪੜ੍ਹਾਂਗੇ ਅੱਗੇ ਫਿਰ ਪਤਾ ਲੱਗੂਗਾ। ਹੁਣ ਅਸੀਂ ਇੱਥੇ ਤੱਕ ਪੜ੍ਹ ਲਿਆ ਸੀ। ਹੁਣ ਆਪਾਂ ਪੜ੍ਹਦੇ, ਦੇ ਵਰ ਗੈਟਿੰਗ ਇਨ ਟੂ ਦਾ ਹਾਊਸ ਆਫ ਮਧੂਜ਼ ਨੇਬਰ। ਉਹ ਮਧੂ ਦੇ ਗੁਆਂਢੀ ਦੇ ਘਰੇ ਵੜ ਗਿਆ, ਕੌਣ, ਚੋਰਾਂ ਦਾ ਗਰੁੱਪ ਹੈ ਨਾ। ਸੋ ਹੁਣ ਅੱਗੇ ਕੀ ਹੋਇਆ, ਮਧੂ ਹੂ ਵਾਜ਼ ਸਟੈਂਡਿੰਗ ਔਨ ਹਿਜ਼ ਟੈਰਿਸ ਸੌ ਦੈਮ। ਜਿਹੜਾ ਮਧੂ ਸੀ ਉਹ ਆਪਣੇ ਟੈਰਿਸ 'ਤੇ ਖੜ੍ਹਾ ਸੀ, ਪੜਛੱਤੀ 'ਤੇ, ਉੱਥੋਂ ਉਹਨੇ ਉਹਨੂੰ ਵੇਖਿਆ। ਹੀ ਸਟਾਰਟਡ ਥਿੰਕਿੰਗ ਹਾਊ ਹੀ ਕੁਡ ਕੈਚ ਦਾ ਥੀਪ। ਉਹਨੇ ਸੋਚਣਾ ਸ਼ੁਰੂ ਕੀਤਾ ਕਿ ਚੋਰਾਂ ਨੂੰ ਕਿਵੇਂ ਫੜਿਆ ਜਾਵੇ। ਅ ਪਲੈਨ ਔਕਰਡ ਟੂ ਹਿਮ, ਉਹਦੇ ਇੱਕ ਆਈਡੀਆ ਆ ਗਿਆ ਦਿਮਾਗ 'ਚ, ਪਲਾਨ ਆ ਗਿਆ ਹੈ ਨਾ। ਹੀ ਲੌਕਡ ਦਾ ਡੋਰ ਆਫ ਹਿਜ਼ ਨੇਬਰਸ, ਉਹਨੇ ਆਪਣੇ ਗੁਆਂਢੀਆਂ ਦਾ ਦਰਵਾਜ਼ਾ ਬੰਦ ਕਰ ਦਿੱਤਾ। ਦੈਨ ਹੀ ਕਾਲਡ ਦਾ ਪੁਲਿਸ, ਫਿਰ ਉਹਨੇ ਪੁਲਿਸ ਨੂੰ ਬੁਲਾ ਲਿਆ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਹਨੇ ਫੜਿਆ, ਮਧੂ ਨੇ। ਠੀਕ ਆ, ਪਲਾਨ ਕਿਹਨੇ ਕੀਤਾ, ਮਧੂ ਨੇ। ਅਗਲਾ, ਵਾਟ ਡਿਡ ਮਧੂ ਡੂ ਟੂ ਕੈਚ ਦਾ ਥੀਪਸ। ਇਹ ਵੀ ਆਪਾਂ ਹੁਣੇ ਪੜ੍ਹ ਕੇ ਹਟਿਆ, ਉਹਨੇ ਲੌਕ ਕਰਤਾ ਸੀ ਡੋਰ, ਸੋ ਇਹਦਾ ਆਨਸਰ ਸੀ ਹੈ ਬੇਟਾ। ਠੀਕ, ਹੁਣ ਚਲੋ ਜੀ ਫਿਫਥ ਕੁਐਸਚਨ ਵੱਲ, ਹੂ ਐਪਰੀਸ਼ੀਏਟਡ ਮਧੂ ਫॉर ਹਿਜ਼ ਬਰੇਵਰੀ। ਕਿਹਨੇ ਪ੍ਰਸ਼ੰਸਾ ਕੀਤੀ ਮਧੂ ਦੀ ਬਹਾਦਰੀ ਦੀ। ਠੀਕ, ਲਓ ਜੀ ਹੁਣ ਆ ਜਾਓ ਇੱਧਰ ਦੇਖੋ, ਅੱਗੇ ਪੜ੍ਹਦੇ ਹਾਂ। ਦੈਨ ਦ ਪੁਲਿਸ ਕੇਮ ਐਂਡ ਕਾਊਟ ਦਾ ਥੀਪ। ਦ ਵਿਲੇਜਰ ਐਂਡ ਦਾ ਪੁਲਿਸ, ਦ ਵਿਲੇਜਰ ਐਂਡ ਦਾ ਪੁਲਿਸ ਦੋਨਾਂ ਨੇ ਐਪਰੀਸ਼ੀਏਟਡ ਮਧੂ ਫॉर ਹਿਜ਼ ਬਰੇਵਰੀ। ਸੋ ਹੁਣ ਤੁਹਾਨੂੰ ਦੇਖੋ ਇਹਦਾ ਪਤਾ ਲੱਗ ਗਿਆ ਆਨਸਰ ਕੀ ਆ। ਦੇਖੋ ਵਿਲੇਜਰ ਐਂਡ ਪੁਲਿਸ ਪਹਿਲਾਂ ਹੀ ਪਿਆ ਗਾ। ਸੋ ਇਸ ਤਰੀਕੇ ਨਾਲ ਹਰ ਇੱਕ ਪੈਰੇ ਦੇ ਵਿੱਚ ਉਹ ਕਿੰਨੇ ਕੁਐਸਚਨ ਪੁੱਛੇ ਜਾਣੇ ਨੇ, 5, ਅਤੇ ਨੰਬਰ ਕਿੰਨੇ ਦਾ, 5 ਨੰਬਰ ਦਾ ਹੈਗਾ। ਸੋ ਇਹ ਪਹਿਲਾ ਪੈਰਾ ਆਪਾਂ ਸੋਲਵ ਕਰਤਾ। ਲਓ ਜੀ ਹੁਣ ਦੂਜਾ ਪੈਰਾ ਦੇਖੋ, ਰੀਡ ਕਰੋ। ਠੀਕ, ਪਹਿਲਾਂ ਪੈਰੇ ਨੂੰ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ ਗਾ। ਮੈਂ ਇੱਥੇ ਪਹਿਲਾਂ ਤਾਂ ਨਹੀਂ ਸਾਰਾ ਰੀਡ ਕਰਦੀ, ਦੁਬਾਰਾ ਪੜ੍ਹਾਂਗੇ ਅਤੇ ਫਿਰ ਟਾਈਮ ਜ਼ਿਆਦਾ ਲੱਗੂਗਾ। ਸੋ ਮੈਂ ਸਿੱਧਾ ਕੁਐਸਚਨ ਪੜ੍ਹ ਕੇ ਉਹਦੇ ਤੁਹਾਨੂੰ ਪੜ੍ਹ ਕੇ ਸਮਝਾਉਂਦੀ ਹਾਂ। ਠੀਕ ਆ, ਇਨ ਵਿਚ ਪਾਰਟ ਆਫ ਏਸ਼ੀਆ ਕੰਟੀਨੈਂਟ ਇਜ਼ ਇੰਡੀਆ ਲੋਕੇਟਡ। ਏਸ਼ੀਆ ਦੇ ਕਿਹੜੇ ਹਿੱਸੇ ਦੇ ਵਿੱਚ ਜਿਹੜਾ ਇੰਡੀਆ ਗਾ। ਠੀਕ ਆ, ਹੁਣ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਨੇ, ਅਸੀਂ ਪਹਿਲਾਂ ਪਹਿਲੀ ਲਾਈਨ ਪੜ੍ਹਦੇ ਹਾਂ। ਇੰਡੀਆ ਇਜ਼ ਲੋਕੇਟਡ ਇਨ ਦਾ ਸਾਊਥਰਨ ਪਾਰਟ ਆਫ ਏਸ਼ੀਆ। ਪਹਿਲੇ ਦੇ ਵਿੱਚ ਹੀ ਪਿਆ, ਕਿਹੜੇ ਪਾਰਟ ਦੇ ਵਿੱਚ, ਸਾਊਥਰਨ ਮਤਲਬ ਸਾਊਥ ਵਾਲੇ ਹਿੱਸੇ 'ਚ। ਸੋ ਕਿੱਥੇ ਲਿਖਿਆ ਹੋਇਆ, ਬੀ, ਬੀ ਹੋ ਗਿਆ ਆਨਸਰ। ਲਓ ਜੀ ਹੁਣ ਸੈਕਿੰਡ ਕੁਐਸਚਨ, ਵਾਟ ਇਜ਼ ਦਾ ਡਿਸਟੈਂਸ ਆਫ ਇੰਡੀਆ ਫਰੋਮ ਨੌਰਥ ਟੂ ਸਾਊਥ। ਨੌਰਥ ਤੋਂ ਸਾਊਥ ਵੱਲ ਨੂੰ, ਉੱਪਰ ਤੋਂ ਥੱਲੇ ਵੱਲ ਨੂੰ ਇੰਡੀਆ ਦਾ ਡਿਸਟੈਂਸ। ਹੁਣ ਇੱਥੇ ਆ ਗਿਆ, ਇੰਡੀਆ ਸਟ੍ਰੈਚਡ ਫॉर
3214 किलोमीटर फ्रॉम नॉर्थ टू साउथ, ठीक है, एंड 2933 किलोमीटर्स फ्रॉम ईस्ट टू वैस्ट। सो अपना आंसर की हो गया ਇਹਦੇ 'ਚ 32 वाला, ये वाला सॉरी पैन लेना सी, ये वाला 32 वाला। हुण आपां उधर जाके देखते हैं ऑप्शन दे विच हैगा गा। हाँ जी देखो ये कित्थे पिया फिर ऑप्शन दे विच डी ते। सो की है आंसर डी। थर्ड क्वेश्चन, वाट इज़ द एरिया वाइज रैंकिंग ऑफ इंडिया इन द वर्ल्ड। एरिए के हिसाब नाल, जगह के हिसाब नाल इंडिया का किन्नवां स्थान आ संसार दे विच। किन्नवां गा भी ये तो वैसे भी तुहानूं पता हो मैनूं लगदा। ओके, इट इज़ द 7th लार्जेस्ट कंट्री। हुण उन्होंने कहा 7th लार्जेस्ट कंट्री इन द वर्ल्ड, मीनस 7वां बड़ा कंट्री है, मीनस कि 7वां बड़ा कंट्री है, मीनस 7वां स्थान है। फिर देखो 7th कित्थे लिखा हुआ, ये भी डी च, डी आंसर हो गया। ओके, विच ऑफ द फॉलोइंग कंट्रीज डज नॉट शेयर इट्स बॉर्डर विद इंडिया। इत्थे सानूं 4 कंट्रियां के नाम दिते हुए ने। उन्होंने पूछा किहदा बॉर्डर नहीं लगता। सो पहला आपां देखांगे बॉर्डर किहदा लगता। देखो इत्थों दिता होया, अगे चल पिया, इंडिया शेयर्स द बॉर्डर विद पाकिस्तान, अफगानिस्तान, चाइना, नेपाल, भूटान, म्यांमार, बांग्लादेश, श्रीलंका, मालदीव्स, ठीक आ, इन्हां नाल लगदा। सो हुण फिर अगली गल की होगी, इत्थे किहड़े दिते ने, पाकिस्तान दिता होया, पाकिस्तान का बॉर्डर भी लगता, अफगान का भी लगता, चाइना का भी, रशिया का नहीं लगता। सो फिर इसका आंसर डी है बेटा, हो गया। लो जी हुण इसका 5th क्वेश्चन, विच ऑफ द फॉलोइंग कंट्रीज इज़ एन आइसलैंड। इन्हां चों किहड़ा कंट्री है जिहड़ा आइसलैंड आ। लो जी फिर हुण देखो उधर किहड़ी पैरे दे विच की गल कीती गई है। उदों बाद उन्होंने लिखा बंगलादेश, उदों बांग्लादेश तो बाद लिखा श्रीलंका एंड मालदीव्स आर द आइसलैंड नेबर्स अक्रॉस द हाई सीज। जिहदे मतलब आइसलैंड उन्होंने बोलते जिहदे 3 पासे पानी लगदा गा। सो श्रीलंका ते मालदीव्स ने। हुण मालदीव ते श्रीलंका चों साडे कोल उत्थे किहड़ी ऑप्शन आ, देखो श्रीलंका गई, मालदीव्स नहीं लिखा होया, श्रीलंका। सो 5वें का की है बेटा ए आंसर, हो गया। लो जी हुण आपां 3rd पैसेज ते आ गए। 3rd पैसेज का भी देखो, पहला क्वेश्चन की आ, सुजाताज पेरेंट्स आर की ने। सुजाता के पेरेंट्स बारे पूछा की ने, वो इलटरेट ने, पुअर ने, जां आपां नूं उधर जाना पऊ, रिच ने जां एजुकेटेड ने, ठीक। अगला क्वेश्चन है हू इज़ किटी, किटी कौन आ। लो जी फिर हुण आपां चलदे हां पैरे वल। आ लाइन बज गई, मटे दी है पहला। लो जी हुण देखो, सुजाता हैज़ आ लार्ज फैमिली। सुजाता की फैमिली बहुत बड़ी है। देयर आर 4 मैंबर इन हर फैमिली, वो फैमिली 4 बंदे ने। सुजाता हैज़ 2 पैट्स, वो कोल 2 पैट्स ने। पैट्स मीनस पालतू जानवर। सुजाताज मदर इज़ अ टीचर एट स्कूल। सुजाता की मम्मा की ने, टीचर ने। सुजाताज फादर इज़ अ डॉक्टर इन द हॉस्पिटल। सुजाता के पिता जी की ने, डॉक्टर ने हॉस्पिटल के। हुण देखो इत्थों की पता लग गया, दोनों पढ़े लिखे ने ना। सो फिर आपां एजुकेटेड वाले ते लावांगे पहले चों। ओके, हुण आपां देखना हू इज़ किटी, किटी कौन आ, है ना। आपां पढ़ लिया सी हॉस्पिटल तक। ही टेक्स हिज चिल्ड्रन टू बीच एवरी संडे। ही लिखिया होया, ही का मतलब इत्थे उहदे फादर बारे आ गल हो रही है ना। सुजाता हैज़ 2 ब्रदर्स। सुजाता के 2 भरा भी ने। विनोद इज़ 10 ईयर ओल्ड, मुरली इज़ 14 ईयर ओल्ड। जिहड़ा विनोद आ उहदा भरा 10 सालां दा, जिहड़ा मुरली आ वो 14 सालां दा। किटी इज़ अ स्मॉल ब्लैक कैट, आ गया किटी की है, स्मॉल ब्लैक कैट आ। हुण देखो इधर आपां नूं की दिता होया, फिर किटी कौन आ, कहंदे सुजाता दी मदर आ, टीचर आ, कैट आ जां डॉग आ। सो कैट आ, सो सी आंसर है बेटा इहदा, है ना, हो गया। हुण 3rd क्वेश्चन, दिस पैसेज मोस्टली अबाउट सुजाताज। ये पैसेज किहदे बारे आ, पैट्स बारे आ, फैमिली बारे आ, सुजाता बीच जां स्कूल। फैमिली बारे, ਉਹਦੇ ਭਰਾਵਾਂ ਦੀ ਗੱਲ ਹੋ ਰਹੀ ਹੈ, ਉਹਦੇ ਮੰਮੀ ਪਾਪਾ ਦੀ ਗੱਲ ਹੋ ਰਹੀ ਹੈ, ਉਹਦੇ ਮੰਮੀ ਪਾਪਾ ਕੀ ਕੰਮ ਕਰਦੇ ਉਹਦੀ ਗੱਲ ਹੋ ਰਹੀ ਹੈ, ਇਸ ਲਈ ਇਹ ਫੈਮਿਲੀ ਬਾਰੇ ਆ। ਵਿਚ ਆਫ ਦਾ ਫੋਲੋਇੰਗ ਇਜ਼ ਟਰੂ। ਹੁਣ ਸਾਨੂੰ 4 ਸਟੇਟਮੈਂਟਾਂ ਦਿੱਤੀਆਂ ਨੇ, ਉਹਨਾਂ ਨੇ ਪੁੱਛਿਆ ਕਿਹੜੀ ਇਹਦੇ ਵਿੱਚੋਂ ਸਹੀ ਸਟੇਟਮੈਂਟ ਆ। ਅਸੀਂ ਪੈਸੇਜ ਪੜ੍ਹ ਲਿਆ ਨਾ। ਹੁਣ ਫਿਰ ਦੇਖੋ, ਸੁਜਾਤਾਜ਼ ਮਦਰ ਟੇਕਸ ਹਰ ਕਿਡਸ ਟੂ ਬੀਚ। ਸੁਜਾਤਾ ਦੀ ਮਦਰ ਆ ਜਿਹੜੀ, ਉਹ ਉਹਨਾਂ ਨੂੰ ਬੀਚ 'ਤੇ ਲੈ ਕੇ ਜਾਂਦੀ ਹੈ। ਸੁਜਾਤਾਜ਼ ਫਾਦਰ ਹੈਲਪਸ द चिल्ड्रन। सुजाता के पिता जी बच्चों की हैल्प करते हैं। सुजाता हैज़ 2 पैट्स, जिमी इज़ स्मॉल ब्लैक कैट। लो जी हुण जिमी कैट का नाम तो नहीं सी, उहदा नाम तो किटी सी। उहदे 2 पैट्स ने, ये वाली गल सही आ।
ਉਹਦਾ ਬੀਚ 'ਤੇ ਉਹਦਾ ਫਾਦਰ ਲੈ ਕੇ ਜਾਂਦਾ ਸੀ ਹੈ ਨਾ। ਸੋ ਆਪਾਂ ਉਹਦੇ ਵਿੱਚ ਪਹਿਰੇ 'ਚ ਪੜ੍ਹਿਆ। ਸੋ ਇੱਥੇ ਟੂ ਪੈਟਸ ਵਾਲੀ ਜਿਹੜੀ ਲਾਈਨ ਆ ਉਹ ਸਹੀ ਆ ਬੇਟਾ। ਮੁਰਲੀ ਇਜ਼ ਓਲਡਰ ਟੂ ਵਿਨੋਦ ਵਾਈ। ਮੁਰਲੀ ਕਿੰਨੇ ਸਾਲ ਵੱਡਾ ਵਿਨੋਦ ਤੋਂ। ਅਸੀਂ ਇੱਥੇ ਪੜ੍ਹਿਆ ਸੀ ਜਿਹੜਾ ਵਿਨੋਦ ਆ 10 ਸਾਲਾਂ ਦਾ, ਮੁਰਲੀ ਕਿੰਨੇ ਦਾ 14 ਦਾ। ਫਿਰ ਹੁਣ 14 'ਚੋਂ 10 ਘਟਾਈਏ 4 ਸਾਲ ਵੱਡਾ ਹੋ ਗਿਆ ਨਾ ਉਹ। ਚਲੋ ਫਿਰ ਦੇਖੋ ਇੱਥੇ ਹੈਗਾ ਨਾ 4, ਹਾਂਜੀ 4th ਡੀ ਆਪਸ਼ਨ ਵਾਲੀ ਆ 4th। ਸੋ ਇਹ ਹੋ ਗਿਆ ਇਹਦਾ ਆਨਸਰ। ਇਹਨਾਂ ਨੂੰ ਸਾਰੇ ਆਨਸਰਸ ਨੂੰ ਧਿਆਨ ਨਾਲ ਸੁਣ ਲੈਣਾ ਔਰ ਨੋਟ ਕਰ ਲੈਣਾ ਬੇਟਾ ਵੀ ਕਿਹਦਾ ਕਿਹੜਾ ਆਨਸਰ ਆ। ਦਿਮਾਗ 'ਚ ਨੋਟ ਕਰ ਲਓ ਜੇ ਕਾਪੀ 'ਤੇ ਨਹੀਂ ਕਰਨਾ। ਓਕੇ, ਪੈਸੇਜ ਨੰਬਰ 4 ਆ ਗਿਆ। ਫਰੈਂਕ ਵਾਜ਼ ਦਾ ਸਨ ਆਫ ਅ ਪੂਅਰ ਵਿਲੇਜ ਕਾਰਪੇਂਟਰ। ਓਕੇ, ਹੁਣ ਦੇਖੀਏ ਆਪਾਂ ਪਹਿਲਾਂ ਦਾ ਕੁਐਸਚਨ, ਵਾਟ ਵਾਜ਼ ਫਰੈਂਕਸ ਫਾਦਰ। ਫਰੈਂਕ ਦਾ ਪਿਤਾ ਉਹ ਕੀ ਆ ਹੈ ਨਾ। ਲਓ ਜੀ ਹੁਣ ਆਪਾਂ ਦੇਖੀਏ ਪੂਅਰ ਕਾਰਪੇਂਟਰ ਪਹਿਲੀ ਲਾਈਨ 'ਚ ਹੀ ਗੱਲ ਹੋਈ ਹੈ, ਕਾਰਪੇਂਟਰ ਆ। ਫਿਰ ਦੇਖੋ ਕਾਰਪੇਂਟਰ ਕਿੱਥੇ ਆ ਇਹਦੇ ਵਿੱਚ, ਇਹ ਰਿਹਾ ਡੀ 'ਤੇ। ਸੋ ਇਹਦਾ ਆਨਸਰ ਕੀ ਹੋ ਗਿਆ, ਡੀ ਕਾਰਪੇਂਟਰ ਉਹਦਾ ਪਿਤਾ। ਵਾਈ ਡਿਡ ਫਰੈਂਕ ਗੋ ਟੂ ਦਾ ਫੋਰੈਸਟ ਵਿਦ ਹਿਜ਼ ਫਾਦਰ। ਜਿਹੜਾ ਫਰੈਂਕ ਸੀ ਉਹਦੇ ਪਿਤਾ ਨਾਲ ਜੰਗਲ ਦੇ ਵਿੱਚ, ਫੋਰੈਸਟ ਦੇ ਵਿੱਚ ਕੀ ਕਰਨ ਜਾਂਦਾ ਸੀ। ਦੇਖੀਏ ਤਾਂ ਹੁਣ ਕੀ ਕਰਨ ਜਾਂਦਾ ਸੀ। ਵਨ ਡੇ ਫਰੈਂਕ ਵੈਂਟ ਵਿਦ ਹਿਜ਼ ਫਾਦਰ ਟੂ ਦਾ ਫੋਰੈਸਟ ਟੂ ਕੱਟ ਦਾ ਟਰੀਜ਼। ਆ ਪਿਆ ਕੱਟ ਟਰੀਜ਼ ਸੈਕਿੰਡ ਹੀ ਲਾਈਨ ਦੇ ਵਿੱਚ। ਦੇਖੋ ਹੁਣ ਇੱਥੇ ਕੱਟ ਟਰੀਜ਼ ਹੈਗਾ ਗਾ ਇਹਦੇ ਵਿੱਚ, ਹਾਂਜੀ। ਟੂ ਮੀਟ ਦਾ ਫੇਅਰੀ, ਟੂ ਕੱਟ ਟਰੀਜ਼, ਟੂ ਰੈਸਟ ਔਨ ਦਾ ਲੌਗ, ਟੂ ਕੈਚ ਦਾ ਵਿਕਟ ਵਿੱਚ। ਨਹੀਂ ਜੀ ਉਹ ਤਾਂ ਟਰੀ ਕੱਟਣ ਜਾਂਦਾ ਸੀ। ਸੋ ਇਹਦਾ ਆਨਸਰ ਹੈਗਾ ਬੀ ਬੇਟਾ। ਹੋ ਗਿਆ। ਥਰਡ ਕੁਐਸਚਨ, ਬਟ ਡਿਡ ਫਰੈਂਕ ਹੀਅਰ। ਫਰੈਂਕ ਨੇ ਉੱਥੇ ਕੀ ਸੁਣਿਆ, ਕੀ ਸੁਣਿਆ। ਹੁਣ ਅੱਗੇ ਕਹਾਣੀ ਪੜ੍ਹਦੇ ਹਾਂ ਫਿਰ ਪਤਾ ਲੱਗੂ। ਆਫਟਰ ਅ ਲੌਂਗ ਡੇਜ਼ ਹਾਰਡ ਵਰਕ। ਸਾਰੇ ਦਿਨ ਦੀ ਸਖਤ ਮਿਹਨਤ ਤੋਂ ਪਿੱਛੋਂ ਫਰੈਂਕ ਗੋਟ ਟਾਇਰਡ ਐਂਡ ਸੈਟ ਡਾਊਨ ਔਨ ਅ ਲੌਗ ਟੂ ਟੇਕ ਸਮ ਰੈਸਟ। ਸਾਰੇ ਦਿਨ ਦੀ ਸਖਤ ਮਿਹਨਤ ਤੋਂ ਪਿੱਛੋਂ ਕਹਿੰਦੇ ਜਿਹੜਾ ਫਰੈਂਕ ਸੀ ਉਹ ਥੱਕ ਕੇ ਬੈਠ ਗਿਆ ਇੱਕ ਲੱਕੜੀ ਦੇ ਮੁੱਠੇ 'ਤੇ ਆਰਾਮ ਕਰਨ ਲਈ। ਸਡਨਲੀ ਹੀ ਹਰਡ ਅ ਕਰਾਈ। ਕੀ ਸੁਣਿਆ ਉਹਨੇ, ਕਰਾਈ। ਹੁਣ ਦੇਖੋ ਆ ਗਿਆ, ਉਹਨੇ ਕੀ ਸੁਣਿਆ ਗਾ, ਕਰਾਈ ਸੁਣੀ ਆ, ਹੈਲਪ ਮੀ ਪਲੀਜ਼। ਹੁਣ ਉਹ ਬਾਅਦ ਦੀ ਗੱਲ ਆ ਵੀ ਕੌਣ ਕਰਾਈ ਕਰ ਰਿਹਾ ਸੀ ਹੈ ਨਾ। ਸੋ ਇੱਥੇ ਆਨਸਰ ਆ ਕਰਾਈ ਤੀਜੇ ਦਾ। ਸੋ ਅਸੀਂ ਉਹਨੂੰ ਟਿਕ ਕਰ ਦਾਂਗੇ। ਇਹਦਾ ਤੀਜੇ ਦਾ ਆਨਸਰ ਕੀ ਹੋ ਗਿਆ, ਏ। ਕੀ ਸੁਣਿਆ ਉਹਨੇ ਬੇਟਾ, ਕਰਾਈ ਸੁਣੀ ਹੈ ਨਾ, ਚੀਕ ਸੁਣੀ ਕਿਸੇ ਦੀ, ਰੋਣ ਦੀ ਆਵਾਜ਼ ਸੁਣੀ ਜਿਵੇਂ ਆਪਾਂ ਕਹਿ ਸਕਦੇ ਹਾਂ। ਓਕੇ, ਫੋਰਥ ਕੁਐਸਚਨ, ਹੂ ਵਾਜ਼ ਟਰੈਪਡ ਇਨ ਦਾ ਲੌਗ। ਲੱਕੜੀ ਦੇ ਮੁੱਠੇ ਵਿੱਚ ਕਿਹਨੂੰ ਬੰਨਿਆ ਗਿਆ ਸੀ, ਟਰੈਪਡ ਕੀਤਾ ਗਿਆ ਸੀ। ਆ ਟੀਨੀ ਬਟਰਫਲਾਈ, ਆ ਟੀਨੀ ਫੈਰੀ, ਆ ਬਿਚਡਵਿਕ, ਆ ਫਰੋਗ। ਹੁਣ ਕਹਾਣੀ ਅੱਗੇ ਪੜ੍ਹਾਂਗੇ ਤਾਂ ਪਤਾ ਲੱਗੂ। ਹੀ ਸਟੂਡ ਅਪ ਵਿਦ ਅ ਜਰਕ ਐਂਡ ਲੁਕਡ ਅਬਾਊਟ। ਉਹ ਇੱਕ ਲੱਖਤ ਉੱਠਿਆ ਅਤੇ ਆਲੇ ਦੁਆਲੇ ਵੇਖਣ ਲੱਗਿਆ। ਬਟ ਦੇਅਰ ਵਾਜ਼ ਨੋ ਵਨ। ਉੱਥੇ ਕੋਈ ਹੈ ਹੀ ਨਹੀਂ ਸੀਗਾ। ਨੋ ਵਨ ਦੇਅਰ, ਠੀਕ ਆ। ਪਲੀਜ਼ ਹੈਲਪ ਫਰੈਂਕ ਹਰਡ ਦਾ ਵੋਇਸ ਅਗੇਨ। ਪਰ ਫਰੈਂਕ ਨੇ ਦੁਬਾਰਾ ਫਿਰ ਆਵਾਜ਼ ਸੁਣੀ, ਮੇਰੀ ਮੈਂ ਸਹਾਇਤਾ ਕਰੋ। ਦਿਸ ਟਾਈਮ ਫਰੈਂਕ ਪਿਕਡ ਇਨਟੂ ਦਾ ਹੋਲ in the log and saw a tiny fairy inside. ਇਸ ਟਾਈਮ ਮਤਲਬ ਉਹਨੇ ਲੌਗ ਦੀ ਜਿਹੜੀ ਗਲੀ ਸੀ ਛੋਟੀ ਜਿਹੀ ਉਹਦੇ ਵਿੱਚ ਹੋਲ ਦੇ ਵਿੱਚ ਦੀ ਦੇਖਿਆ ਤਾਂ ਉਹਨੂੰ ਇੱਕ ਛੋਟੀ ਜਿਹੀ ਫੇਰੀ ਪਰੀ ਦਿਖਾਈ ਦਿੱਤੀ ਉਹਦੇ ਵਿੱਚ ਲੌਗ ਦੇ ਹੈ ਨਾ। ਫਰੈਂਕ ਐਟ ਵਾਂਸ ਪੁੱਟ ਹਿਜ਼ ਹੈਂਡ ਇਨਸਾਈਡ ਦਾ ਹੋਲ ਐਂਡ ਪਿਕਡ ਅਪ ਦਾ ਫੇਰੀ। ਉਹਨੇ ਆਪਣਾ ਹੱਥ ਵਿੱਚ ਪਾਇਆ ਅਤੇ ਫੇਰੀ ਨੂੰ ਬਾਹਰ ਕੱਢ ਲਿਆ। ਠੀਕ, ਹੁਣ ਇੱਥੇ ਦੇਖੋ ਆਪਣੇ ਕੋਲ ਕੀ ਸੀ, ਕੌਣ ਫਸਿਆ ਹੋਇਆ ਸੀ ਲੌਗ ਦੇ ਵਿੱਚ, ਆ ਟਿੰਨੀ ਛੋਟੀ ਜੀ ਫੇਰੀ ਪਰੀ ਹੈ ਨਾ। ਹੂ ਕਰਸ਼ਡ ਦਾ ਫੇਰੀ। ਅਗਲਾ ਕੁਐਸਚਨ, ਕਿਹਨੇ ਉਹਨੂੰ ਸ਼ਰਾਪ ਦਿੱਤਾ ਹੋਇਆ ਸੀ ਫੇਰੀ ਨੂੰ। ਹੁਣ ਆਪਾਂ ਨੂੰ ਅੱਗੇ ਪਤਾ ਲੱਗੂ। ਦਾ ਫੇਰੀ ਥੈਂਕ ਦਾ ਫਰੈਂਕ ਸਿੰਗ ਮੈਨੀ ਈਅਰਸ ਅਗੋ ਆ ਵਿਕਡ ਵਿਚ had cursed me and since then I had been trapped in this log. Thank you for saving me. ਉਹ ਕਹਿੰਦੀ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਇੱਕ ਵਿਕਟ ਵਿਚ ਨੇ, ਜਿਵੇਂ ਆਪਾਂ ਕਹਾਂਗੇ ਵਿਕਟ ਵਿੱਚ ਵੀ ਜੋ ਭੈੜੀ ਜਾਦੂਗਰਨੀ ਨੇ ਮੈਨੂੰ ਇੱਥੇ ਸ਼ਰਾਪ ਦੇ ਕੇ ਬੰਦ ਕਰਤਾ ਸੀ, ਤੂੰ ਮੈਨੂੰ ਬਚਾਇਆ, ਮੈਂ ਤੇਰੀ ਬਹੁਤ ਧੰਨਵਾਦੀ ਹਾਂ। ਹੁਣ ਇੱਥੇ ਹੈਗਾ ਦੇਖੋ ਵਿਕਟ ਵਿੱਚ ਉਹ ਪਿਆ ਡੀ 'ਤੇ। ਸੋ ਪੰਜਵੇਂ ਦਾ ਆਨਸਰ ਕੀ ਹੈ, ਡੀ ਬੇਟਾ। ਲਓ ਜੀ ਹੁਣ ਇਹ ਪੈਰਾਗ੍ਰਾਫ ਵੀ ਸੋਲਵ ਹੋ ਗਿਆ। ਅੱਗੇ ਪੈਰਾਗ੍ਰਾਫ ਨੰਬਰ ਕਿਹੜਾ ਆ ਗਿਆ, 5। ਫਰੋਮ ਦਾ ਟਾਈਮ ਹੀ ਵਾਜ਼ ਅ ਲਿਟਲ ਬੋਆਏ। ਲਿੰਕਨ ਦੇ ਬਾਰੇ ਵਿੱਚ ਆ ਇਹ। ਚਲੋ ਜੀ ਹੁਣ ਆਪਾਂ ਪਹਿਲਾਂ ਕੁਐਸਚਨ ਦੇਖ ਲਈਏ। ਵਾਈ ਵਾਜ਼ ਲਿੰਕਨ ਟੂ ਬਿਜ਼ੀ ਐਟ ਹੋਮ। ਲਿੰਕਨ ਘਰ ਵਿੱਚ ਬਿਜ਼ੀ ਕਿਉਂ ਸੀ, ਕਿਉਂ ਬਿਜ਼ੀ ਸੀਗਾ। ਹੀ ਹੈਡ ਟੂ ਹੈਲਪ ਹਿਜ਼ ਫਾਦਰ, ਹੀ ਪ੍ਰੈਕਟਿਸਡ ਰੀਡਿੰਗ ਐਟ ਹੋਮ, ਹੀ ਹੈਡ ਟੂ ਕੀਪ ਹਿਮਸੈਲਫ ਅਵੇਕ ਐਟ ਨਾਈਟ। ਤਿੰਨੇ ਪੜ੍ਹ ਲਏ ਆਪਸ਼ਨ। ਹੁਣ ਆਪਾਂ ਇੱਧਰੋਂ ਪੜ੍ਹਾਂਗੇ ਅਤੇ ਫਿਰ ਆਪਾਂ ਨੂੰ ਪਤਾ ਲੱਗੂ। ਪਹਿਲੀ ਲਾਈਨ ਪੜ੍ਹੋ, ਫਰੋਮ ਦਾ ਟਾਈਮ ਹੀ ਵਾਜ਼ ਅ ਲਿਟਲ ਬੋਆਏ ਲਿੰਕਨ ਹੈਡ ਟੂ ਹੈਲਪ ਹਿਜ਼ ਫਾਦਰ ਇਨ ਦਾ ਫੀਲਡਸ। ਕਹਿੰਦਾ ਜਦੋਂ ਛੋਟਾ ਸੀ ਲਿੰਕਨ
ਉਦੋਂ ਉਹਨੂੰ ਅਕਸਰ ਆਪਣੇ ਮਤਲਬ ਪਿਤਾ ਦੀ ਹੈਲਪ ਕਰਨੀ ਪੈਂਦੀ ਸੀ ਖੇਤਾਂ ਦੇ ਵਿੱਚ। ਹੁਣ ਕਾਹਦੇ ਲਈ ਰੁਕਿਆ ਸੀ ਉਹ? ਆਪਦੇ ਪਿਤਾ ਦੀ ਹੈਲਪ ਕਰਨ ਲਈ ਰੁਕਿਆ ਸੀ ਨਾ। ਸੋ ਫਿਰ ਕੀ ਆ ਇਹਦਾ ਆਨਸਰ ਹੋ ਗਿਆ ਬੇਟਾ ਏ। ਸੈਕਿੰਡ ਕੁਐਸਚਨ ਰੀਡ ਕਰੋ। ਵਾਟ ਇਜ਼ ਦਾ ਮੀਨਿੰਗ ਆਫ ਦਾ ਵਰਡ ਬੋਰੋ? ਬੋਰੋ ਦਾ ਮਤਲਬ ਕੀ ਹੈ? ਬੋਰੋ ਮੀਨਸ ਹੁੰਦਾ ਉਧਾਰ ਮੰਗਣਾ ਕਿਸੇ ਤੋਂ, ਹੈ ਨਾ। ਸੋ ਹੁਣ ਆਪਾਂ ਪੈਰਿਆਂ ਨੂੰ ਪੜ੍ਹੀਏ, ਦੇਖੀਏ ਅਤੇ ਇਦੋਂ ਬਾਅਦ ਕੀ ਗੱਲ ਬਣਦੀ ਹੈ। ਵਨ ਡੇ ਔਨ ਮੈਨੀ days he was not able to go to school because he was too busy working at home। ਕਹਿੰਦਾ ਉਹ ਬਹੁਤ ਦਿਨ ਸਕੂਲ ਹੀ ਨਹੀਂ ਜਾ ਸਕਿਆ ਕਿਉਂਕਿ ਉਹ ਘਰੇ ਕੰਮ ਕਰਨ 'ਚ ਬਿਜ਼ੀ ਸੀ। ਬਟ ਹੀ ਪ੍ਰੈਕਟਿਸ ਰੀਡਿੰਗ ਐਂਡ ਵਰਕਡ ਐਟ ਮੈਥਮੈਟਿਕਸ ਕੀਪਿੰਗ ਅਵੇਕ ਲੇਟ ਇਨ ਦ ਨਾਈਟ। ਉਹ ਪਰ ਘਰੇ ਹੀ ਪ੍ਰੈਕਟਿਸ ਕਰਦਾ ਸੀ ਪੜ੍ਹਨ ਦੀ, ਆਪਦੇ ਸਵਾਲ ਕੱਢਦਾ ਰਹਿੰਦਾ ਸੀ ਅੱਧੀ ਰਾਤ ਨੂੰ, ਲੇਟ ਨਾਈਟ ਤੱਕ ਜਾ ਕੇ ਹੀ। ਆਲਥੋ ਹੀ ਵੈਂਟ ਟੂ ਸਕੂਲ ਫॉर ਲੈਸ ਦੈਨ ਅ ਈਅਰ ਇਨ ਆਲ ਹੀ taught himself a great many things by reading all the books he could get hold of। ਉਹਨੇ ਕਹਿੰਦਾ ਬਹੁਤ ਸਾਰੀਆਂ ਚੀਜ਼ਾਂ ਘਰੇ ਹੀ ਸਿੱਖ ਲਈਆਂ ਜਿਹੜੀਆਂ ਉਹ ਕਿਤਾਬਾਂ ਉਹਨੇ ਇੱਧਰੋਂ ਉੱਧਰੋਂ ਲੈ ਕੇ ਪੜ੍ਹੀਆਂ ਸੀ। there was some moving stories of the trouble he used to take to get books। ਠੀਕ, ਹੁਣ ਇੱਥੇ ਕਿਤੇ ਬੋਰੋ ਦਾ ਆਇਆ ਨਹੀਂ, ਦੇਖੋ ਕਿੰਨਾ ਪੜ੍ਹ ਲਿਆ ਆਪਾਂ। ਹੁਣ ਦੇਖਿਓ ਤਾਂ ਕੀ ਮਤਲਬ ਆ ਟਾਈਮ ਬੋਰੋਡ ਆ ਪਿਆ, ਅੱਗੇ ਆ ਗਿਆ ਇੱਕ ਦੇਖੋ ਵਰਡ ਇੱਥੇ ਆ ਗਿਆ ਜਾ ਕੇ, ਬੋਰੋਡ ਪੈਨ ਲੈ ਲਈਏ, ਆ ਗਿਆ ਨੇਬਰ ਫਰੋਮ ਬਾਇਓਗ੍ਰਾਫੀ। ਉਹਨੇ ਆਪਦੇ ਗੁਆਂਢੀ ਤੋਂ ਇੱਕ ਵਾਰੀ ਕਿਤਾਬ ਮੰਗੀ। ਠੀਕ ਆ, ਹੁਣ ਅੱਗੇ ਕੀ ਹੈ ਇਹਦੇ ਵਿੱਚ ਆਪਸ਼ਨਸ ਕੀ ਨੇ? ਟੂ ਗੈਟ ਸਮਥਿੰਗ ਬਾਈ ਪੇਇੰਗ ਮਨੀ, ਟੂ ਗਿਵ ਸਮਥਿੰਗ ਇਨ ਐਕਸਚੇਂਜ ਆਫ ਮਨੀ, ਟੂ ਟੇਕ ਸਮਥਿੰਗ ਫਰੋਮ ਸਮਵਨ ਐਂਡ ਰਿਟਰਨ ਲੇਟਰ। ਕਹਿੰਦਾ ਪਹਿਲੇ ਦਾ ਮਤਲਬ ਕੀ? ਟੂ ਗੈਟ ਸਮਥਿੰਗ ਬਾਈ ਪੇਇੰਗ ਮਨੀ, ਵੀ ਪੈਸੇ ਦੇ ਕੇ ਕੋਈ ਚੀਜ਼ ਲੈਣਾ, ਉਹ ਬੋਰੋ ਕਰਨਾ ਨਹੀਂ ਹੁੰਦਾ, ਉਹ ਬਾਏ ਕਰਨਾ ਹੁੰਦਾ ਨਾ। ਟੂ ਗਿਵ ਸਮਥਿੰਗ ਇਨ ਐਕਸਚੇਂਜ ਆਫ ਮਨੀ, ਇਹਦਾ ਮਤਲਬ ਵੀ ਉਹੀ ਆ, ਪੈਸੇ ਦੇ ਬਦਲੇ ਕੋਈ ਚੀਜ਼ ਹੈ ਨਾ ਐਕਸਚੇਂਜ ਕਰਨੀ। ਥਰਡ ਦਾ ਮਤਲਬ ਕੋਈ ਚੀਜ਼ ਲੈਣੀ ਅਤੇ ਬਾਅਦ ਵਿੱਚ ਉਹਨੂੰ ਵਾਪਸ ਕਰ ਦੇਣਾ, ਉਹ ਹੁੰਦਾ ਬੋਰੋ ਕਰਨਾ, ਉਧਾਰ ਮੰਗਣਾ, ਹੈ ਨਾ, ਵੀ ਮੈਨੂੰ ਕੁਝ ਸਮੇਂ ਲਈ ਦੇ ਦਿਓ ਬਾਅਦ 'ਚ ਵਾਪਸ ਕਰ ਦੂੰ। ਸੋ ਇਹਦਾ ਆਨਸਰ ਬੇਟਾ ਸੀ ਹੋ ਗਿਆ। ਠੀਕ ਹੈ, ਸੋ ਹੁਣ ਥਰਡ ਕੁਐਸਚਨ ਆ। ਫॉर ਹਾਊ ਲੌਂਗ ਡਿਡ ਲਿੰਕਨ ਅਟੈਂਡ ਦਾ ਸਕੂਲ ਆਲ ਟੂਗੈਦਰ? ਫॉर ਅ ਈਅਰ, ਫॉर ਮੋਰ ਦੈਨ ਈਅਰ, ਫॉर ਅ ਲੈਸ ਦੈਨ ਈਅਰ। ਆਪਾਂ ਲੈਸ ਦੈਨ ਈਅਰ ਪੜ੍ਹਿਆ, ਦੇਖੋ ਇੱਥੇ ਹੁਣੇ ਪੜ੍ਹਿਆ ਸੀ ਵੀ ਉਹ ਲੈਸ ਦੈਨ ਆ ਪਿਆ, ਸਕੂਲ ਲੈਸ ਦੈਨ ਅ ਈਅਰ। ਸੋ ਫਿਰ ਹੁਣ ਇੱਥੇ ਪੜ੍ਹਿਆ ਆਪਾਂ ਲੈਸ ਦੈਨ ਅ ਈਅਰ, ਇਹਦੇ ਵਿੱਚ ਆਪਸ਼ਨ ਸਾਡੇ ਕੋਲ ਹੈਗੀ ਆ ਲੈਸ ਦੈਨ ਅ ਈਅਰ। ਸੋ ਇਹਦਾ ਵੀ ਆਨਸਰ ਹੋ ਗਿਆ ਬੇਟਾ ਸੀ। ਠੀਕ ਹੈ, ਲਓ ਜੀ ਹੁਣ ਆ ਗਿਆ ਆਪਾਂ ਫੋਰਥ ਕੁਐਸਚਨ ਨੂੰ। ਵਾਈ ਡਿਡ ਲਿੰਕਨ ਵਾਕ 20 ਮਾਈਲਸ ਵਨ ਆਫਟਰਨੂਨ? ਇੱਕ ਦਿਨ ਕਿਉਂ ਕਦੇ ਉਹ 20 ਮਾਈਲਸ ਦੁਪਹਿਰ 'ਚ ਤੁਰ ਕੇ ਗਿਆ? ਟੂ ਬਾਏ ਅ ਬੁੱਕ, ਟੂ ਬੋਰੋ ਅ ਬਾਇਓਗ੍ਰਾਫੀ, ਟੂ ਰਿਟਰਨ ਅ ਬੁੱਕ, ਹੈ ਨਾ। ਕੀ ਕਰਨ ਗਿਆ ਸੀ? ਉਹ ਬੁੱਕ ਖਰੀਦਣ ਗਿਆ ਸੀ, ਉਹ ਬੁੱਕ ਮੰਗਣ ਗਿਆ ਸੀ ਉਧਾਰੀ, ਜਾਂ ਬੁੱਕ ਵਾਪਸ ਕਰਨ ਗਿਆ ਸੀ ਬੇਟਾ। ਸੋ ਹੁਣ ਆਪਾਂ ਨੂੰ ਉੱਥੇ ਪਹਿਰੇ 'ਚੋਂ ਪੜ੍ਹਾਂਗੇ ਤਾਂ ਗਾਹਾਂ ਫੇਰ ਪਤਾ ਲੱਗੂਗਾ। ਇੱਥੇ ਤੱਕ ਆਪਾਂ ਨੇ ਪੜ੍ਹ ਲਿਆ ਸੀ ਨਾ। ਬਟ ਟੂ ਨਾਈਟ ਲੇਟਰ ਦਾ ਰੇਨ ਕੇਮ ਥਰੂ ਦਾ ਰੂਫ ਆਫ ਹਿਜ਼ ਪੂਅਰ ਹਟ ਕੰਪਲੀਟਲੀ ਸਪੋਇਲ ਦਾ ਬੁੱਕ। ਕਹਿੰਦਾ ਫਿਰ 2 ਰਾਤਾਂ ਬਾਅਦ ਹੀ ਉਹ ਕਿਤਾਬ ਮੰਗ ਕੇ ਲੈ ਕੇ ਆਇਆ ਸੀ। ਆਪਾਂ ਗੱਲ ਕੀਤੀ 2 ਰਾਤਾਂ ਬਾਅਦ ਮੀਂਹ ਆ ਗਿਆ, ਉਹਦੀ ਛੱਤ ਸੀ ਜਿਹੜੀ ਕਮਜ਼ੋਰ ਸੀ, ਪਾਣੀ ਪੈ ਕੇ ਸਾਰੀ ਬੁੱਕ ਸੀ ਜਿਹੜੀ ਖਰਾਬ ਹੋ ਗਈ। ਵੈਲ ਯੂ ਕੈਨ ਹੈਵ ਦਾ ਬੁੱਕ ਆਫ ਯੋਰ ਸੈਲਫ ਇਫ ਯੂ ਮੇਕ ਗੁੱਡ ਇਟ ਕੋਸਟ ਬਾਈ ਵਰਕਿੰਗ ਔਨ ਮਾਈ ਫੀਲਡ। ਹੁਣ ਜਦੋਂ ਵਾਪਸ ਕਰਨ ਬੁੱਕ ਗਿਆ ਤਾਂ ਉਹ ਕਹਿੰਦਾ ਵੀ ਇਹਨੂੰ ਬੈਟਰ ਆ ਤੂੰ ਆਪਦੇ ਕੋਲੇ ਹੀ ਰੱਖ ਅਤੇ ਮੇਰੇ ਖੇਤਾਂ 'ਚ ਕੰਮ ਕਰ ਇਹਦਾ ਮੁੱਲ ਤਾਰਨ ਲਈ। ਦਾ ਨੇਬਰ ਸੈਡ, ਉਹਦੇ ਕੀ ਗੁਆਂਢੀ ਨੇ ਕਿਹਾ, ਜਿੱਥੋਂ ਉਹ ਬੁੱਕ ਮੰਗ ਕੇ ਲੈ ਕੇ ਆਇਆ ਸੀ। ਆਲਥੋ ਲਿੰਕਨ ਹੈਡ ਟੂ ਡੂ ਸਮ ਹਾਰਡ ਜੋਬ ਐਟ ਦਾ ਫਾਰਮ ਫॉर ਫਿਊ ਡੇਜ਼। ਇੱਥੋਂ ਤੱਕ ਕਿ ਲਿੰਕਨ ਨੂੰ ਕੁਝ ਦਿਨ ਖੇਤਾਂ ਵਿੱਚ ਬਹੁਤ ਸਖਤ ਕੰਮ ਕਰਨਾ ਪਿਆ। ਹੀ ਹੈਡ ਦਾ ਜੋਏ ਆਫ ਹੈਵਿੰਗ ਦਾ ਬੁੱਕ ਫॉर ਹਿਮਸੈਲਫ, ਤਾਂ ਕਿ ਉਹ ਆਪਣੀ ਜਿਹੜੀ ਉਹਦੀ ਆਪਦੀ ਹੁਣ ਬੁੱਕ ਬਣ ਗਈ ਉਹਨੂੰ ਪੇ ਕਰਕੇ ਉਹਦਾ ਆਨੰਦ ਮਾਣ ਸਕੇ। ਓਕੇ, ਹੁਣ ਦੇਖੋ ਹੁਣ ਇੱਥੇ ਆ ਗਿਆ ਵਨ ਆਫਟਰਨੂਨ ਹੀ ਵਾਕਡ 32 ਕਿਲੋਮੀਟਰ ਟੂ ਜਸਟ ਬੋਰੋ ਆ ਬੁੱਕ। ਕੀ ਕਰਨ ਗਿਆ ਸੀ? ਬੁੱਕ ਬੋਰੋ ਕਰਨ ਗਿਆ ਸੀ, ਉਧਾਰ ਲੈਣ ਗਿਆ ਸੀ ਬੁੱਕ। ਕਿਹੜੀ ਬੁੱਕ ਸੀਗੀ ਉਹ? ਪੈਨ ਨਹੀਂ ਆਇਆ। ਬੋਰੋ ਬਾਇਓਗ੍ਰਾਫੀ। ਠੀਕ ਆ, ਬੋਰੋ ਕਰਨ ਗਿਆ ਸੀ ਬੁੱਕ। ਸੋ ਬੀ ਇਹਦਾ ਆਨਸਰ ਆ। ਓਕੇ, ਫਿਫਥ ਕੁਐਸਚਨ ਆ। ਲਿੰਕਨ ਹੈਡ ਟੂ ਵਰਕ ਹਾਰਡ ਐਟ ਦਾ ਨੇਬਰਸ ਫਾਰਮ ਸੋ ਦੈਟ। ਕਹਿੰਦਾ ਲਿੰਕਨ ਨੇ ਗੁਆਂਢੀ ਦੇ ਖੇਤ ਦੇ ਵਿੱਚ ਤਾਂ ਸਖਤ ਮਿਹਨਤ ਕੀਤੀ, ਕੰਮ ਕੀਤਾ ਤਾਂ ਕਿ ਉਹ ਇੰਜੋਏ ਕਰ ਸਕੇ, ਜਾਂ ਕੀ ਕਾਹਦੇ ਲਈ ਕੀਤਾ ਜਿਵੇਂ ਆਪਾਂ ਕਹਾਂਗੇ। ਹੀ ਕੁੱਡ ਗੈਟ ਸਮ ਮਨੀ, ਤਾਂ ਕਿ ਉਹਨੂੰ ਕੁਝ ਪੈਸੇ ਮਿਲ ਸਕਣ? ਨਹੀਂ। ਹੀ ਕੁੱਡ ਗੈਟ ਅਨਦਰ ਬੁੱਕ, ਤਾਂ ਕਿ ਕੋਈ ਹੋਰ ਕਿਤਾਬ ਲੱਗ ਸਕੇ? ਹੀ ਕੁੱਡ ਮੇਕ ਬੋਥ ਐਂਡਸ ਮੀਟ, ਤਾਂ ਕਿ ਉਹਦੀ ਰੋਜੀ ਰੋਟੀ ਚੱਲ ਸਕੇ? ਨਹੀਂ।
ਉਹਨੇ ਉਹ ਤਾਂ ਕਿਤਾਬ ਲਈ ਸੀ ਉਹ ਤੋਂ ਹੈ ਨਾ। ਸੋ ਉਹਦੀ ਕਿਤਾਬ ਵਾਪਸ ਕਰਨ ਲਈ ਉਹਨੇ ਉਹਦੀ ਪੇ ਕਰਨ ਲਈ ਬੁੱਕ ਦਾ ਕੰਮ ਕੀਤਾ। ਸੋ ਇੱਥੇ ਬੁੱਕ ਵਾਲੀ ਸਾਡੇ ਕੋਲ ਐਡਜੈਕਟ ਉਹ ਆਪਸ਼ਨ ਤਾਂ ਨਹੀਂ ਹੈਗੀ, ਬਟ ਸਾਡੀ ਬੁੱਕ ਵਾਲੀ ਇਹੀ ਆ। ਸੋ ਬੀ ਇਹਦਾ ਆਨਸਰ ਹੈ ਬੇਟਾ, ਠੀਕ ਹੈ। ਸੋ ਇਹ ਹੋ ਗਿਆ ਤੁਹਾਡਾ 5th ਪੈਰਾਗ੍ਰਾਫ। ਸੋ ਆਪਾਂ ਇਹਦੇ ਵਿੱਚ ਬੇਟਾ 5 ਪੈਰਾਗ੍ਰਾਫ ਨੇ ਜਿਹੜੇ ਕਰ ਲਏ ਨੇ ਸਾਰੇ। ਤੁਸੀਂ ਧਿਆਨ ਨਾਲ ਸੁਣ ਲੈਣੇ ਨੇ, ਸਮਝ ਲੈਣੇ ਨੇ। ਤੁਹਾਨੂੰ ਫਿਰ ਇਹਦੇ ਆਨਸਰਸ ਫਾइंड आउट करने इस तरीके ਨਾਲ आ जाएंगे। अगर वीडियो अच्छी लगी लाइक करना, शेयर करना और सुन ली ध्यान ना, अगर तक कमेंट भी करना, ठीक है बेटा। ये थोड़ा फर्स्ट टाइप के ਜਿਹੜੇ ਪੈਰਾਗ੍ਰਾਫ ਸੀ। ਹੁਣ ਨੈਕਸਟ ਵੀਡੀਓ ਦੇ ਵਿੱਚ ਕੋਸ਼ਿਸ਼ ਕਰੂੰਗੀ ਤੁਹਾਡੇ ਲਈ ਸੈਕਿੰਡ ਜਿਹੜਾ ਡਾਇਲੋਗ ਬੇਸਡ ਪੈਰਾਗ੍ਰਾਫ ਨੇ ਕੁਝ ਉਹਨਾਂ ਦੇ ਨਮੂਨੇ ਵੀ ਲੈ ਕੇ ਆਵਾਂ ਅਤੇ ਫਿਰ ਪਿਕਚਰ ਬੇਸਡ, ਠੀਕ ਆ, ਤਾਂ ਕਿ ਤੁਹਾਨੂੰ ਪੇਪਰ 'ਚ ਇੱਦਾਂ ਦੇ ਜਦੋਂ ਆਉਣਗੇ ਪੈਰਾਗ੍ਰਾਫਸ ਤੁਹਾਨੂੰ ਔਖੇ ਨਾ ਲੱਗਣ। ਓਕੇ, ਬਾਏ ਬਾਏ।